ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂ ਕਰੀਏ ਪੰਜਾਬੀ ਨਾਵਲ ਦਾ ਇਤਿਹਾਸ। ਕੁਝ ਕਵੀਆਂ ਬਾਰੇ, ਦੌਰਾਂ ਬਾਰੇ ਜਾਣਕਾਰੀ ਆਪਾਂ ਪਹਿਲਾਂ ਲੈ ਚੁੱਕੇ ਹਾਂ। ਸ਼ੁਰੂ ਕਰਦੇ ਹਾਂ ਭਾਈ ਸਾਹਿਬ ਭਾਈ ਵੀਰ ਸਿੰਘ। ਭਾਈ ਸਾਹਿਬ ਭਾਈ ਵੀਰ ਸਿੰਘ ਬਾਰੇ ਕਾਫੀ ਕੁਝ ਆਪਾਂ ਪੜ੍ਹ ਚੁੱਕੇ ਹਾਂ ਤੇ ਹੁਣ ਉਹਨਾਂ ਦੇ ਜਿਹੜੇ ਨਾਵਲ ਨੇ ਸਿਰਫ ਉਹਨਾਂ ਬਾਰੇ ਚਰਚਾ ਕੀਤੀ ਜਾਵੇਗੀ। ਬਾਕੀ ਸਾਰੀਆਂ ਚਰਚਾਵਾਂ ਨੇ ਆਪਾਂ ਕਵਿਤਾ ਭਾਗ ਦੇ ਅੰਦਰ ਕਰ ਚੁੱਕੇ ਹਾਂ। ਸੁੰਦਰੀ ਜਿਹੜਾ ਨਾਵਲ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਸੁੰਦਰੀ ਨਾਵਲ 1898 ਦੇ ਅੰਦਰ ਇਹ ਛਪਿਆ। ਉਸ ਤੋਂ ਬਾਅਦ ਸਤਵੰਤ ਕੌਰ, ਵਿਜੈ ਸਿੰਘ, ਨੋਦ ਸਿੰਘ। ਸੁੰਦਰੀ, ਸਤਵੰਤ, ਵਿਜੈ ਤੇ ਨੋਦ। ਆਪਾਂ ਇਹ ਵੇਖ ਰਹੇ ਹਾਂ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਜਿਹੜੇ ਨਾਵਲ ਨੇ, 4 ਨਾਵਲ ਨੇ, ਸੁੰਦਰੀ, ਸਤਵੰਤ, ਵਿਜੈ ਸਿੰਘ ਤੇ ਨੋਦ ਸਿੰਘ। ਤੇ 2 ਜਨਾਨੀਆਂ 2 ਬੰਦੇ ਹੈ ਜੀ। ਉਹ ਮੈਂ ਉਸ ਵੇਲੇ ਵੀ ਤੁਹਾਨੂੰ ਦੱਸਿਆ ਸੀ, ਦੁਬਾਰਾ ਦੱਸਦੇ ਨੇ। 2 ਜਨਾਨੀਆਂ 2 ਬੰਦੇ ਆ ਬਈ। ਸੁੰਦਰ ਸਤਵੰਤ ਕੌਰ ਹੈਗੀ ਹੈ। ਸੁੰਦਰੀ ਸਤਵੰਤ ਕੌਰ, ਯਾਨੀ ਸਤਵੰਤ ਕੌਰ ਹੈ ਜਿਹੜੀ ਉਹ ਸੁੰਦਰ ਹੈ, ਤੇ ਵਿਜੈ ਸਿੰਘ ਤੇ ਨੋਦ ਸਿੰਘ, ਇਹ 2 ਬੰਦੇ ਨੇ। ਹੁਣ ਅਗਰ ਆਪਾਂ ਗੱਲ ਕਰੀਏ ਇਹਨਾਂ ਇੱਕ ਨਾਵਲਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਸੁੰਦਰੀ ਨਾਵਲ ਦੀ ਕਹਾਣੀ ਕੀ ਹੈ, ਸਤਵੰਤ ਕੌਰ ਦੀ, ਵਿਜੈ ਸਿੰਘ ਦੀ, ਨੋਦ ਸਿੰਘ ਦੀ ਕਹਾਣੀ ਕੀ ਹੈ। ਵਰਤਾਂਤਕ ਸੰਦਰਭ ਚ ਅਗਰ ਦੇਖੀਏ ਤਾਂ ਇਹ ਧਾਰਮਿਕ ਹਨ ਤੇ ਪਾਤਰ ਉਸਾਰੀ ਪੱਖੋਂ ਆਦਰਸ਼ਵਾਦੀ। ਵਰਤਾਂਤ ਅਗਰ ਦੇਖੀਏ ਇਹਨਾਂ ਦਾ, ਵਰਤਾਂਤ ਸੰਦਰਭ ਤੋਂ ਤਾਂ ਧਾਰਮਿਕ ਨੇ ਔਰ ਪਾਤਰ ਉਸਾਰੀ ਪੱਖੋਂ ਆਦਰਸ਼ਵਾਦੀ ਨੇ। ਹੋਰ ਘਟਨਾਵਾਂ ਪੱਖੋਂ ਰੋਮਾਂਟਿਕ ਤੇ ਮੰਤਵ ਦੇ ਰਚਨਾ ਦ੍ਰਿਸ਼ਟੀ ਤੋਂ ਸੁਧਾਰਵਾਦੀ ਹੈ। ਇਹ ਹੈ ਬਈ ਇਹਨਾਂ ਦੀ ਖਾਸੀਅਤ। ਵਰਤਾਂਤ ਚ ਹੈ ਧਾਰਮਿਕ। ਜੇ ਗੱਲ ਕਰੀਏ ਵਰਤਾਂਤ ਦੀ, ਉਸ ਪੱਖੋਂ ਤਾਂ ਬਣਦੇ ਨੇ ਧਾਰਮਿਕ ਨਾਵਲ, ਇਹ ਬਣਦੇ ਨੇ। ਔਰ ਜੇ ਪਾਤਰ ਉਸਾਰੀ, ਉਹ ਆਦਰਸ਼ਵਾਦੀ ਹੈ, ਕਿਉਂਕਿ ਇਹਦੇ ਸਾਰੇ ਪਾਤਰ ਹੀ ਕੀ ਹੈ, ਉਹ ਆਦਰਸ਼ਵਾਦੀ ਪਾਤਰ ਨੇ। ਕਿਸੇ ਆਦਰਸ਼ ਨੂੰ ਲੈ ਕੇ ਚੱਲਦੇ ਨੇ, ਸਿੱਖੀ ਦੇ ਆਦਰਸ਼ ਨੂੰ ਲੈ ਕੇ ਚੱਲਦੇ ਨੇ ਉਹ, ਔਰ ਉਹਦੇ ਉੱਤੇ ਖਰੇ ਉਤਰਦੇ ਨੇ। ਘਟਨਾਵਾਂ ਚ ਰੋਮਾਂਚ ਹੈ ਬਈ। ਘਟਨਾਵਾਂ ਨੇ ਜੇ ਉਹ ਰੋਮਾਂਟਿਕ ਨੇ। ਰੋਮਾਂਟ ਦਾ ਇੱਥੇ ਵਿਸਥਾਰ ਵਾਲਾ ਤੁਸੀਂ ਲੈਣਾ, ਕਿਤੇ ਰੋਮਾਂਸ ਦੇ ਚੱਕਰ 'ਚ ਨਾ ਪੈ ਜਿਓ। ਪਿਆਰ ਤੋਂ ਨਾ ਲੈ ਕੇ ਜਿਹੜੇ ਰੋਮਾਂਸ ਦੀ ਵਿਸਥਾਰਮੀ ਪਰਿਭਾਸ਼ਾ ਤੁਹਾਨੂੰ ਦੱਸੀ ਹੈ ਉਸ ਤੋਂ ਸੰਬੰਧਿਤ। ਘਟਨਾਵਾਂ ਪੱਖੋਂ ਰੋਮਾਂਟਿਕ ਤੇ ਮੰਤਵ ਤੇ ਰਚਨਾ ਦ੍ਰਿਸ਼ਟੀ ਤੋਂ ਸੁਧਾਰਵਾਦੀ। ਮੰਤਵ ਹੈ ਉਹ ਹੈ ਸੁਧਾਰਵਾਦੀ ਹੈ, ਸੁਧਾਰਵਾਦੀ। ਇਹ ਖਾਸੀਅਤਾਂ ਨੇ ਉਹਦੇ ਨਾਵਲ ਦੀਆਂ। ਜਿਹੜੇ ਇਹਦੇ ਸੁੰਦਰੀ ਨਾਵਲ, ਵਿਜੈ ਸਿੰਘ, ਸਤਵੰਤ ਕੌਰ ਜਿਹੜੇ ਨਾਵਲ ਸੀ, ਉਹਨਾਂ ਦੀ ਜਿਹੜੀ ਸੰਦਰਭ ਹੈ ਉਹ ਵੀ ਸੁਧਾਰਵਾਦੀ ਰਿਹਾ। ਪਰੰਤੂ ਮੁਗਲਾਂ ਨੂੰ ਇਹਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਉਹ ਮੁਗਲ ਨੇ। ਪਰੰਤੂ ਨੋਦ ਸਿੰਘ ਦੇ ਵਿੱਚ ਹੈ ਸਮਕਾਲੀ ਅੰਗਰੇਜ਼ੀ ਜਿਹੜੇ ਪ੍ਰਬੰਧ ਨੇ ਉਸ ਬਾਰੇ ਦੱਸਿਆ ਹੈ। ਚੌਥਾ ਨਾਵਲ ਨੋਦ ਸਿੰਘ ਚ ਧਾਰਮਿਕ ਰੰਗ ਦੇ ਨਾਲ ਨਾਲ ਸਮਕਾਲੀਨ ਸਿੱਖਾਂ ਦੇ ਪੇਂਡੂ ਜੀਵਨ, ਨਵ ਪ੍ਰਬੰਧ ਕਾਰਨ ਪੈਦਾ ਹੋਇਆ ਪੇਂਡੂ ਤੇ ਸ਼ਹਿਰੀ ਜੀਵਨ ਦੀਆਂ ਸਮੱਸਿਆਵਾਂ ਨੂੰ ਬਿਆਨਿਆ ਹੈ ਬਈ ਨੋਦ ਸਿੰਘ ਦੇ ਅੰਦਰ। ਹੁਣ ਆਪਾਂ ਗੱਲ ਕਰਦੇ ਹਾਂ ਇੱਕ ਨਾਵਲ ਦੀ। ਸੁੰਦਰੀ, ਸੁੰਦਰੀ ਤੇ ਉਸਦਾ ਭਰਾ ਬਲਵੰਤ ਸਿੰਘ। ਆ ਸੀ ਸੁੰਦਰੀ ਬਈ। ਸੁੰਦਰੀ ਤੇ ਉਸਦਾ ਭਰਾ ਸੀਗਾ ਬਲਵੰਤ ਕੌਰ। ਸਿੱਖ ਜੱਥੇ ਨਾਲ ਸੰਬੰਧ ਕਾਇਮ ਕਰਕੇ ਬਾਕੀ ਔਰਤਾਂ ਦੇ ਉਲਟ ਜੰਗਲਾਂ 'ਚ ਔਖਾ ਜੀਵਨ ਬਤੀਤ ਕਰਨ ਨੂੰ ਤਰਜੀਹ ਦਿੰਦੇ ਨੇ। ਸੁੰਦਰੀ ਤੇ ਉਸਦਾ ਭਰਾ ਹੈ ਸਤਵੰਤ ਕੌਰ। ਉਹ ਕੀ ਕਰਦੇ ਨੇ, ਜਿਹੜੇ ਮੁਗਲ ਹਾਕਮਾਂ ਦੇ ਅੱਗੇ ਝੁਕਦੇ ਨਹੀਂ, ਮੁਗਲ ਹਾਕਮਾਂ ਦੇ ਅੱਗੇ ਝੁਕਣ ਦੀ ਬਜਾਏ ਸੁੰਦਰੀ ਤੇ ਉਹਦਾ ਭਰਾ ਸਤਵੰਤ ਕੌਰ ਹੈ ਜਿਹੜੇ ਸਿੱਖ ਜੱਥੇ ਨੇ ਉਹਨਾਂ ਨਾਲ ਸੰਬੰਧ ਕਾਇਮ ਕਰਕੇ ਉਹਨਾਂ ਤੱਕ ਪਹੁੰਚਦੇ ਨੇ। ਹੋਰ ਜੰਗਲਾਂ ਦੇ ਵਿੱਚ ਰਹਿ ਕੇ ਔਖਾ ਜੀਵਨ ਨੇ ਜਿਹੜੇ ਉਹ ਬਤੀਤ ਕਰਦੇ ਨੇ। ਪਰ ਕਿਤੇ ਵੀ ਮੁਗਲ ਹਾਕਮਾਂ ਅੱਗੇ ਕਰੜੀ ਤੋਂ ਕਰੜੀ ਸਜ਼ਾ ਦੇ ਅੱਗੇ, ਲਾਲਚ ਦੇ ਅੱਗੇ ਉਹ ਝੁਕਦੇ ਨਹੀਂ। ਸਿੱਖੀ ਦੇ ਉੱਤੇ ਪੂਰਾ ਖਰਾ ਉਤਰਦੇ ਨੇ। ਸਿੱਖੀ ਨੂੰ ਨਹੀਂ ਛੱਡਦੇ। ਅਗਲੇ ਨਾਵਲ ਦੀ ਅਗਰ ਗੱਲ ਕਰੀਏ ਆਪਾਂ, ਸਤਵੰਤ ਕੌਰ। ਸਤਵੰਤ ਕੌਰ ਚ ਵੀ ਸਟੋਰੀ ਕੀ ਹੈ,
ਮੁਗਲ ਹਾਕਮਾਂ ਦੇ ਜ਼ਬਰ ਜ਼ੁਲਮ ਦਾ ਟਾਕਰਾ। ਇੱਥੇ ਕੀ ਹੈ? ਮੁਗਲ ਹਾਕਮਾਂ ਦੇ ਜ਼ਬਰ ਜ਼ੁਲਮ ਦਾ ਟਾਕਰਾ ਹੈ ਸਿੱਖ ਧਰਮ ਤੋਂ ਪ੍ਰੇਰਣਾ ਲੈ ਕੇ। ਉਹ ਤਖਤੋ ਤਾਜ ਦੀਆਂ ਸੁੱਖ ਸਹੂਲਤਾਂ ਨੂੰ ਠਕਰਾ ਕੇ ਕਠਨ ਜੀਵਨ ਜੀਣ ਨੂੰ ਤਰਜੀਹ ਹੈ ਸਤਵੰਤ ਕੌਰ ਦੇ ਅੰਦਰ ਵੀ। ਮੁਗਲ ਹਾਕਮਾਂ ਦੇ ਜਿਹੜੇ ਜ਼ਬਰ ਜ਼ੁਲਮ ਹੈ ਉਹਨੂੰ ਟਾਕਰ ਦਿੰਦਾ ਹੈ ਬਈ, ਸਿੱਖ ਧਰਮ ਤੋਂ ਪ੍ਰੇਰਣਾ ਗ੍ਰਹਿਣ ਕਰਕੇ ਤਖਤੋ ਤਾਜ ਦੀਆਂ ਸਹੂਲਤਾਂ ਨੂੰ ਠਕਰਾ ਕੇ ਔਖਾ ਜੀਵਨ ਹੈ ਉਹ ਬਤੀਤ ਕਰਦੇ ਨੇ, ਪਰੰਤੂ ਸਿੱਖੀ ਨੂੰ ਨਹੀਂ ਛੱਡਦੇ। ਵਿਜੈ ਸਿੰਘ, ਵਿਜੈ ਸਿੰਘ ਦੀ ਕਹਾਣੀ ਵੀ ਇੱਥੇ ਕੀ ਹੈ? ਤਤਕਾਲੀ ਮੁਗਲਾਂ ਦੇ ਜ਼ਬਰ ਜ਼ੁਲਮ ਵਿਰੁੱਧ ਨਾਬਰੀ ਇਨਕਾਰ ਨੂੰ ਵਿਅਕਤ ਕੀਤਾ ਹੈ। ਗੱਲ ਹੋਈ ਕਿ ਮੁਗਲਾਂ ਦੇ ਜ਼ੁਲਮ ਜ਼ਬਰ ਦੇ ਅੱਗੇ ਝੁਕਦੇ ਨਹੀਂ, ਸਬਰ ਸੰਤੋਖ ਹਲੀਮੀ ਨਾਲ ਸਭ ਕੁਝ ਜਰਦੇ ਨੇ, ਪਰਮਾਤਮਾ ਤੇ ਵਿਸ਼ਵਾਸ, ਪਰੰਤੂ ਮੁਗਲਾਂ ਅੱਗੇ ਝੁਕੇ ਨਹੀਂ। ਹੁਣ ਤਿੰਨਾਂ ਨਾਵਲਾਂ ਦੀ ਅਗਰ ਗੱਲ ਕੀਤੀ ਜਾਵੇ, ਭਾਵੇਂ ਆਪਾਂ ਗੱਲ ਕਰ ਲਈਏ ਸੁੰਦਰੀ ਦੀ ਸਤਵੰਤ ਦੀ, ਸੁੰਦਰੀ ਸਤਵੰਤ ਕੌਰ ਵਿਜੈ ਸਿੰਘ, ਇਹਦੇ ਵਿੱਚ ਕੀ ਹੈ? ਮੁਗਲਾਂ ਦੇ ਅੱਗੇ ਝੁਕਦੇ ਨਹੀਂ, ਸਿੱਖ ਰਹਿਤ ਮਰਿਆਦਾ ਦਾ ਪਾਲਣ ਕਰਦੇ ਨੇ, ਸਿੱਖੀ ਨਾਲ ਉਹ ਜੁੜੇ ਰਹਿੰਦੇ ਨੇ, ਪੂਰਾ ਵਿਸ਼ਵਾਸ, ਮੁਗਲਾਂ ਅੱਗੇ ਨਾ ਝੁਕਣਾ, ਕਠਨ ਜੀਵਨ ਜਿਉਣਾ, ਸਿੱਖੀ ਨਾਲ ਜੁੜੇ ਰਹਿਣਾ। ਹੁਣ ਬਾਬਾ ਨੋਧ ਸਿੰਘ, ਬਾਬਾ ਨੋਧ ਸਿੰਘ ਹੈ, ਇਸ ਦੇ ਵਿੱਚ ਕੀ ਹੈ ਕਿ ਸਮਕਾਲੀ ਅੰਗਰੇਜ਼ੀ ਰਾਜ ਪ੍ਰਬੰਧ ਦੀ ਅਨਿਆਇਪੂਰਨ ਭ੍ਰਿਸ਼ਟ ਅਫਸਰਸ਼ਾਹੀ ਤੇ ਲਾਈਲੱਗ ਕਿਸਮ ਨੂੰ ਉਗਾੜਿਆ ਨੋਧ ਸਿੰਘ ਦੇ ਅੰਦਰ। ਦੇਖੋ ਤਿੰਨਾਂ ਦੀ ਜਿਹੜੀ ਭ੍ਰਿਸ਼ਟ ਭੂਮੀ ਸੀ, ਸੁੰਦਰੀ ਸਤਵੰਤ ਕੌਰ ਵਿਜੈ ਸਿੰਘ ਦੀ ਭ੍ਰਿਸ਼ਟ ਭੂਮੀ ਸੀਗੀ, ਉਸ ਦੇ ਵਿੱਚ ਜਿਹੜਾ ਟਾਕਰਾ ਹੈ ਉਹ ਮੁਗਲਾਂ ਦੇ ਨਾਲ ਹੈ। ਪਰੰਤੂ ਇੱਥੇ ਚੌਥਾ ਨਾਵਲ, ਇਹਦੇ ਵਿੱਚ ਕੀ ਹੈ ਕਿ ਸਮਕਾਲੀ ਅੰਗਰੇਜ਼ੀ ਰਾਜ ਪ੍ਰਬੰਧ ਦੀ ਅਨਿਆਇਪੂਰਨ ਨੀਤੀਆਂ, ਭ੍ਰਿਸ਼ਟਾਚਾਰ, ਭ੍ਰਿਸ਼ਟ ਅਫਸਰਸ਼ਾਹੀ ਤੇ ਲਾਈਲੱਗ ਜਿਹੜੇ ਉਹ ਸੀਗੇ ਭ੍ਰਿਸ਼ਟ ਅਫਸਰ, ਜਿਨ੍ਹਾਂ ਦੇ ਨਾਲ ਜਿਹੜੇ ਲੋਕ ਸੀ ਉਹਨਾਂ ਉੱਤੇ ਕਾਫੀ ਵਿਸ਼ਵਾਸ ਕਰਦੇ ਸੀ ਔਰ ਭ੍ਰਿਸ਼ਟ ਸੀ, ਉਹਨਾਂ ਦੀ ਜਿਹੜੀ ਇਸ ਪੂਰੀ ਵਰਤੋਂ ਵਿਉਂਤ ਨੂੰ, ਵਿਵਹਾਰ ਨੂੰ ਉਹਨਾਂ ਨੇ ਉਗਾੜਿਆ ਹੈ। ਇਸ ਚ ਨੋਧ ਸਿੰਘ ਅਜਿਹੀ ਸਥਿਤੀ ਨੂੰ ਬਦਲ ਕੇ ਨਿਆਇਪੂਰਨ ਰਾਜ ਪ੍ਰਬੰਧ ਦੀ ਉਸਾਰੀ ਕਰਨ ਲਈ ਯਥਾਯੋਗ ਯਤਨ ਕਰਦਾ ਹੈ। ਇਸ ਵਿੱਚ ਦੇਖੋ ਥੋੜਾ ਉਹਨਾਂ ਨੇ ਕੀ ਕੀਤਾ, ਕਹਾਣੀ ਨੂੰ ਬਦਲਿਆ। ਪਿਛਲੀਆਂ ਕਹਾਣੀਆਂ, ਚੌਥੀ ਕਹਾਣੀ ਥੋੜਾ ਜਿਹਾ ਅੰਤਰ ਹੈ। ਜਿਹੜੀਆਂ ਪਿਛਲੀਆਂ ਤਿੰਨ ਕਹਾਣੀਆਂ ਸੀ ਸੁੰਦਰੀ ਸਤਵੰਤ ਕੌਰ ਵਿਜੈ ਸਿੰਘ, ਜੇ ਇਹਨਾਂ ਤਿੰਨ ਕਹਾਣੀਆਂ ਦੀ ਗੱਲ ਕਰੀਏ ਨਾਵਲਾਂ ਦੀ, ਅਗਰ ਇਹ ਨਾਵਲਾਂ ਦੀ ਕਹਾਣੀ, ਨਾਵਲਾਂ ਦੇ ਬਿਰਤਾਂਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਮੁਗਲਾਂ ਨਾਲ ਟਾਕਰਾ ਹੈ, ਝੁਕਦੇ ਨਹੀਂ, ਸਿੱਖੀ ਧਰਮ ਚ ਰਹਿੰਦੇ ਨੇ ਔਰ ਮੁਗਲਾਂ ਦੇ ਜ਼ਬਰ ਜ਼ੁਲਮ ਨਾਲ ਟਾਕਰਾ ਕਰਦੇ ਨੇ। ਪਰ ਨੋਧ ਸਿੰਘ ਦੇ ਅੰਦਰ ਕੀ ਹੈ? ਅੰਗਰੇਜ਼ੀ ਰਾਜ ਪ੍ਰਬੰਧ ਦੀਆਂ ਜਿਹੜੀਆਂ ਉਣਤਾਈਆਂ ਨੇ, ਜਿਹੜੇ ਭ੍ਰਿਸ਼ਟਾਚਾਰ ਨੇ, ਅਫਸਰਸ਼ਾਹੀ ਲਾਈਲੱਗ ਕਿਸਮ ਦੀ ਅਫਸਰਸ਼ਾਹੀ ਹੈ, ਭ੍ਰਿਸ਼ਟਾਚਾਰ ਹੈ, ਉਸ ਨੂੰ ਉਗਾੜਿਆ ਹੈ। ਹੋਰ ਨੋਧ ਸਿੰਘ ਅਜਿਹੀ ਸਥਿਤੀ ਨੂੰ ਬਦਲ ਕੇ ਨਿਆਇਪੂਰਨ ਰਾਜ ਪ੍ਰਬੰਧ ਦੀ ਉਸਾਰੀ ਕਰਨ ਲਈ ਪ੍ਰਯਾਸ ਕਰਦਾ ਹੈ। ਹੁਣ ਆਪਾਂ ਇਹਨਾਂ ਚਾਰਾਂ ਨਾਵਲਾਂ ਨੂੰ ਅਗਰ ਲੈ ਲਈਏ ਤਾਂ ਤੁਸੀਂ ਆ ਵੇਖੋਗੇ ਕਿ ਚਾਰਾਂ ਨਾਵਲਾਂ ਦੇ ਅੰਦਰ ਹੀ ਸਿੱਖ ਧਰਮ ਨੂੰ, ਸਿੱਖ ਵਿਚਾਰਧਾਰਾ ਨੂੰ ਨਹੀਂ ਛੱਡਿਆ। ਸਿੱਖ ਵਿਚਾਰਧਾਰਾ ਨਾਲ ਉਹ ਜੁੜੇ ਹੋਏ ਨੇ, ਉਸ ਤੋਂ ਪ੍ਰੇਰਣਾ ਲੈ ਕੇ ਟੱਕਰ ਲੈਂਦੇ ਨੇ। ਪਹਿਲੇ ਤਿੰਨ ਨਾਵਲਾਂ ਦੇ ਅੰਦਰ ਮੁਗਲਾਂ ਨਾਲ ਟਾਕਰਾ, ਪਰੰਤੂ ਚੌਥੇ ਨਾਵਲ ਦੇ ਅੰਦਰ ਜਿਹੜੀ ਅੰਗਰੇਜ਼ੀ ਰਾਜ ਪ੍ਰਣਾਲੀ ਆ, ਉਹਦੇ ਭ੍ਰਿਸ਼ਟਾਚਾਰ ਤੇ ਅਫਸਰਸ਼ਾਹੀ ਲਾਈਲੱਗ ਕਿਸਮ ਦੇ ਜਿਹੜੇ ਉਹਨਾਂ ਦੀ ਵਿਵਹਾਰ ਸੀ ਉਹਨੂੰ ਉਗਾੜਿਆ ਹੈ। ਤੇ ਕਿਤੇ ਨਾ ਕਿਤੇ ਵੀਰ ਸਿੰਘ ਜੀ, ਉਸ ਸਮੇਂ ਦੀ ਅਗਰ ਗੱਲ ਕਰੀਏ, ਉਸ ਸਮੇਂ ਭਾਈ ਸਾਹਿਬ ਭਾਈ ਵੀਰ ਸਿੰਘ ਇਹ ਚਾਹੁੰਦੇ ਸੀ ਕਿਤੇ ਸਿੱਖ ਭਰਾ ਨੇ ਮੇਰੇ, ਉਹ ਆਪਣੇ ਧਰਮ ਨੂੰ ਨਾ ਛੱਡ ਦੇਣ, ਉਹ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣ। ਉਸ ਸਮੇਂ ਜ਼ਰੂਰਤ ਵੀ ਸੀ, ਉਸ ਸਮੇਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇਸ ਤਰ੍ਹਾਂ ਦੇ ਨਾਵਲ ਰਚੇ ਕਿ ਲੋਕ ਜਦੋਂ ਇਹ ਨਾਵਲ ਪੜ੍ਹਨ ਤਾਂ ਆਪਣਾ ਸਿੱਖ ਇਤਿਹਾਸ ਹੈ, ਸਿੱਖ ਵਿਚਾਰਧਾਰਾ ਹੈ, ਉਸ ਤੋਂ ਪ੍ਰੇਰਣਾ ਲੈਣ, ਅਟਲ ਤੇ ਅਡੋਲ ਖੜੇ ਰਹਿਣ ਔਰ ਪਹਿਰਾ ਦੇਣ ਆਪਣੀ ਵਿਚਾਰਧਾਰਾ ਤੇ। ਇਸ ਤਰੀਕੇ ਦੀ ਸੋਚ ਹੈ ਜੋ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਸੀ, ਕਿਉਂਕਿ ਉਹ ਦੌਰ ਸੀ, ਅੰਗਰੇਜ਼ ਸੀ ਜਿਹੜੇ ਉਹ ਇਸ ਤਰੀਕੇ ਦਾ ਪ੍ਰਚਾਰ ਕਰ ਰਹੇ ਸੀ ਬਈ ਜਿਹੜੇ ਅਸੀਂ ਇਸ ਈਸਾਈ ਧਰਮ ਹੈ ਉਹ ਬਹੁਤ ਉੱਚਾ ਸੁੱਚਾ ਧਰਮ ਹੈ, ਤੁਸੀਂ ਆਓਗੇ ਤੁਹਾਡੇ ਦੁੱਖ ਖੱਟੇ ਜਾਣਗੇ।
उन्होंने बहुत तरह ਦੀਆਂ सहूलतां भी ਦਿੱਤੀਆਂ ਜਾਂਦੀਆਂ ਸੀ। ਇਹ ਉਹ ਦੌਰ ਸੀ ਕਿ ਉਹ ਦੌਰ ਦੇ ਵਿੱਚ ਅਜਿਹੇ ਨਾਵਲਾਂ ਦੀ ਬੜੀ ਹੀ ਲੋੜ ਸੀ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਆ ਵੇਖਦੇ ਹੋਏ ਨਾਵਲ ਰਚੇ। ਇਹ ਜਿਹੜੀ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਨਾਵਲਾਂ ਦਾ ਬਿਰਤਾਂਤ ਸੀ ਭਾਈ ਜਿਹੜਾ ਉਹਨੇ ਰਚਿਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਮੋਹਨ ਸਿੰਘ ਵੇਦ, ਜਿਹੜਾ ਮੋਹਨ ਸਿੰਘ ਵੈਦ ਹੈ ਭਾਈ, ਉਸ ਦੀ ਆਪਾਂ ਗੱਲ ਕਰੀਏ। ਮੋਹਨ ਸਿੰਘ ਵੇਦ ਜਿਹੜਾ ਉਸ ਦੀਆਂ ਤੁਸੀਂ ਅਗਰ ਰਚਨਾਵਾਂ ਦੇ ਨਾਮ ਦੇਖੀਏ ਅਗਰ ਆਪਾਂ ਮੋਹਨ ਸਿੰਘ ਵੇਦ ਦੀ, ਤਾਂ ਦੇਖੋ ਇੱਕ ਸਿੱਖ ਘਰਾਣਾ, श्रेष्ठ कुलां दी चाल, श्रेष्ठ कुलां दी चाल, दंपत्ति प्यार, सुभाग कौर। हाँ जी, आपां गल कर रहे हाँ हुण अगले नावलकार मोहन सिंह वेद की। मोहन सिंह वेद नावल च पेश मुख जिहड़ा मसला है वो स्थानक सभ्याचार च बाहरी सभ्यता, जीवन विधि, नवें आर्थिक ढांचे की उसारी, पश्चिमी प्रबंध के प्रचलन कारण पैदा हुए बिगाड़ दा है। उसका जिहड़ा सिस्टम है उन्हें जिहड़े नावल लिखे ने, आपां जदों नावलों के नाम पढ़ांगे तो उस तो बाद भी आपां नूं पता लग जाएगा कि इसने जिहड़े नावल है वो किस तरीके के नावल ने, उन्हां दा विशा की है। मोहन सिंह वेद, मोहन सिंह वेद के नावल एक सिख घराना, श्रेष्ठ कुलां दी चाल, दंपत्ति प्यार, सुभाग कौर, इहदियां होर रचनावां भी ने, होर नावल भी ने, सुखदेव कौर, सुशील नूं, सुखी परिवार, वकील दी किस्मत, सुशील विधवा, पछतावा, कमाई दी बरकत, कपटी मित्र, सुगड़ नूं ते लड़ाकी सस। ये इहदियां रचनावां ने। हुण इहदी ट्रिक है भाई बहुत ही शानदार। जिहड़ा सोहण सिंह सी, सोहण सिंह श्रेष्ठ कुल दे, सोहण सिंह श्रेष्ठ कुल दे सिख घराणे, सुखी परिवार दी सुगड़ सुशील विधवा नूं सुखदेव कौर दी माड़ी हालत, उनकी माड़ी किस्मत ते कपट कारण कमाई च बरकत नहीं पई। एक कहानी है मोहन सिंह दी, मोहन सिंह ते मोहन सिंह दी जेड़ी सुशील विधवा है भाई, सुशील विधवा सुखदेव कौर, सुशील विधवा सुखदेव कौर, इन्हां नूं तुसीं थोड़ा ध्यान रखना है। मोहन सिंह नूं तां उहदी सुशील विधवा सुखदेव कौर नूं। मोहन सिंह की सी एक श्रेष्ठ कुल दा सिख घराणे दा बंदा सी भाई। मोहन सिंह श्रेष्ठ कुल दे सिख घराणे, सुखी परिवार, मोहन सिंह दी, मोहन सिंह दे श्रेष्ठ कुल दे सिख घराणे, सुखी परिवार दी सुगड़ सुशील विधवा नूं, उहदी नूं कौन सी? सुखदेव कौर दी माड़ी किस्मत ते कपट कारण कमाई च बरकत नहीं पई। उहदी किस्मत माड़ी सी और थोड़ी कपट कारण उहदी कमाई दे विच किस्मत नहीं पई। इस ट्रिक नूं समझ लो, भावें तुसीं इस कहानी रूप दे विच लै लो, अपने दिमाग तुसीं फिट कर लियो, तुहानूं सारे जिहड़े इहदे है नावलों के बारे पता लग जाएगा। क्योंकि शुरुआती नावल ने तो आपां नूं ध्यान रखने जरूर ने। हाँ जी, हुण गल करते हाँ इस ट्रिक राही अपने जिहड़े नावल ने निकल के आउणगे। मोहन सिंह, जिहड़ा मोहन सिंह सीगा वो लिखारी का नाम है भाई। मोहन सिंह का परिवार किहो जिहा सी? मोहन सिंह श्रेष्ठ कुल दा सी भाई। तो इस नाल की हो गया? श्रेष्ठ कुलां दी चाल, श्रेष्ठ कुलां दी चाल, सिख घराना। मोहन सिंह श्रेष्ठ कुल दा सी भाई, सिख श्रेष्ठ कुल आ गया तो सिख घराना, घराने की गल आ गई। तो फिर की होया? सिख घराना ते इस दी एक सिख घराना है जिहड़ी, एक सिख घराना ये रहा और एक सिख घराना। सुखी परिवार भाई, आ रहा सुखी परिवार, आ है सुखी परिवार। उस तो बाद दी सुगड़ सुशील विधवा भाई। आपां नूं इत्थे की है? सुगड़ नूं
ਤੇ ਲੜਾਕੀ ਸੱਸ। ਸੁਗੜ ਨਾਲ ਆਪਾਂ ਨੂੰ ਯਾਦ ਆ ਜਾਏਗਾ ਸੁਗੜ ਨੂੰਹ ਤੇ ਲੜਾਕੀ ਸੱਸ। ਅੱਗੇ ਹੈ ਸੁਸ਼ੀਲ ਵਿਧਵਾ। ਸੁਸ਼ੀਲ ਤੋਂ ਆ ਰਹੀ ਬਈ ਸੁਸ਼ੀਲ ਨੂੰਹ, ਸੁਸ਼ੀਲ ਚੰਗੀ ਨੂੰਹ ਬਈ, ਸੁਸ਼ੀਲ ਨੂੰਹ ਚੰਗੀ ਨੂੰਹ। ਵਿਧਵਾ, ਹੁਣ ਜੇ ਵਿਧਵਾ ਦੀ ਗੱਲ ਕਰੀਏ ਉੱਥੇ ਸੁਸ਼ੀਲ ਨੂੰਹ ਸੀ, ਸੁਸ਼ੀਲ ਨੂੰਹ ਤੇ ਸੁਸ਼ੀਲ ਵਿਧਵਾ। ਆ ਲੋ ਜੀ, ਸੁਸ਼ੀਲ ਤੇ ਦੋ ਹੈ, ਇੱਕ ਸੁਸ਼ੀਲ ਨੂੰਹ ਹੈ, ਇੱਕ ਸੁਸ਼ੀਲ ਵਿਧਵਾ ਹੈ। ਵਿਧਵਾ ਦਾ ਨਾਮ ਕੀ ਹੈ? ਸੁਖਦੇਵ ਕੌਰ। ਤਾਂ ਇਹਦਾ ਇੱਕ ਨਾਵਲ ਹੈ ਉਹ ਸੁਖਦੇਵ ਕੌਰ ਵੀ ਹੈ। ਦੀ ਮਾੜੀ ਕਿਸਮਤ ਕਾਰਨ, ਦੀ ਮਾੜੀ ਕਿਸਮਤ ਕਾਰਨ। ਤੇ ਇੱਥੇ ਕੀ ਹੋਏਗਾ? ਵਕੀਲ ਦੀ ਕਿਸਮਤ, ਕਿਸਮਤ ਤੋਂ ਵਕੀਲ ਦੀ ਕਿਸਮਤ ਬਈ। ਇਸ ਨੂੰ ਆਪਾਂ ਇਸ ਨਾਲ ਕਨੈਕਟ ਕਰ ਦੇਣਾ, ਕਿਸਮਤ ਤੋਂ ਵਕੀਲ ਦੀ ਕਿਸਮਤ। और कपट कारण, कपट कारण या कपटी मित्र कारण, कपट कारण या कपटी मित्र कारण कमाई च बरकत नहीं पी। तो कपटी मित्र तो आजूगा आपां नूं कपटी मित्र, कमाई च बरकत ना पैना। ते उस तो संबंधित है कमाई दी बरकत, कमाई दी बरकत। इस तरीके नाल आपां है जिहड़ियां ओह सारियां उस दियां जिहड़ियां नावलां ने उस नूं आपां ध्यान दे विच रख सकदे हां भाई इस तरीके नाल। ਤੇ ਇਸ ਤੋਂ ਬਾਅਦ ਇੱਕ ਵਾਰ ਦੁਬਾਰਾ ਦੇਖਦੇ ਹਾਂ ਬਈ। ਮੋਹਨ ਸਿੰਘ ਸੀ ਬਾਈ श्रेष्ठ ਘਰਾਣੇ ਦਾ ਬੰਦਾ ਸੀਗਾ। ਮੋਹਨ ਸਿੰਘ श्रेष्ठ ਕੁਲ ਤੇ ਸਿੱਖ ਘਰਾਣੇ, ਜਦੋਂ श्रेष्ठ ਕੁਲ ਦਾ ਬੰਦਾ ਸਿੱਖ ਘਰਾਣੇ ਦਾ ਚੰਗਾ ਹੈ ਤਾਂ ਸੁਖੀ ਤਾਂ ਹੋਊਗਾ। ਮੋਹਨ ਸਿੰਘ श्रेष्ठ ਕੁਲ ਸਿੱਖ ਘਰਾਣੇ ਸੁਖੀ ਪਰਿਵਾਰ ਦੀ ਸੁਗੜ ਸੁਸ਼ੀਲ ਵਿਧਵਾ ਨੂੰ ਹੋ ਗਈ ਬਈ। ਮੋਹਨ ਸਿੰਘ ਦਾ ਮੁੰਡਾ ਮਰ ਗਿਆ, ਉਹਦੀ ਨੂੰ ਸੁਗੜ ਸੁਸ਼ੀਲ ਵਿਧਵਾ ਨੂੰ ਸੁਖਦੇਵ ਕੌਰ ਦੀ ਮਾੜੀ ਕਿਸਮਤ ਤੇ ਕਪਟੀ ਮਿੱਤਰ ਕਾਰਨ ਕਮਾਈ ਚ ਬਰਕਤ ਨਹੀਂ ਪਈ। ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਕਿ ਇਸ ਨੂੰ ਅਟੈਚ ਕਰ ਲੈਣਾ। ਮੋਹਨ ਸਿੰਘ ਤੋਂ ਰਾਈਟਰ ਦਾ ਨਾਮ ਯਾਦ ਰਹਿ ਜਾਊਗਾ। श्रेष्ठ कुल तो श्रेष्ठ कुलों की चाल, सिख घराना एक सिख घराना, सुखी परिवार सुगड़ सुगड़ सुशील विधवा नूं, सुगड़ सुशील विधवा नूं। उस तो आपां नूं याद आ जाऊगा भाई सुगड़ तो सुगड़ नूं ते लड़ाकी सस, और फिर सुशील विधवा ते सुशील विधवा आ गई बई। और सुखदेव कौर नावल का नाम ही है। किस्मत है जिहड़ी माड़ी किस्मत है, उस तो किस्मत वाला जिहड़ा समत नावल है वकील की किस्मत वो है। ते सुखी परिवार नावल, उस तो बाद सुगड़ सुखी परिवार है। उस तो बाद किस्मत की आपां गल चल रही सी भी किस्मत च वकील की किस्मत ते कपटी मित्र। इत्थे आ गया कपटी मित्र कारण कमाई च बरकत नहीं पई ते कमाई दी बरकत। ये आपां जिहड़ा सूत्र है उस नाल आपां ध्यान रख सकते हैं। मोहन सिंह श्रेष्ठ कुल ते सिख घराणे सुखी परिवार दी सुशील विधवा नूं सुखदेव कौर माड़ी किस्मत ते कपटी मित्र कारण उस दी कमाई दे विच बरकत नहीं पई। हुण आपां विचार करते हाँ इस दे नावलों का विशा की है बई। एक सिख घराना है, ये एक पश्चिमी सिक्ख्या करके पसरी बहु धरती ते बहु उसारी खलल नूं रूपमान करता है भाई। जिहड़ी पश्चिमी सिक्ख्या तो प्रभावित है, जिहड़ा परिवार एक सिख घराना है वो पश्चिमी सिक्ख्या तो प्रभावित है, और बहु भरती ते बहु पसारी जिहड़ी खलल है उस नूं इस दे विच पेश किया गया है। जिहड़े पश्चिमी सिक्ख्या तो संबंधित सीगे तां ओह घराना काफ़ी पढ़िया लिखिया सीगा भाई। उस तो जिहड़ी उन्हां दे विच परिवर्तन आए, बदलाव आए, उनकी चर्चा। अगला है श्रेष्ठ कुलों की चाल। जिहड़े श्रेष्ठ कुल के लोग होंदे ने, श्रेष्ठ कुलों की चाल, श्रेष्ठ कुल के लोग वो दिखावा ज़्यादा करते हैं, फजूल खर्चियां ज़्यादा करदियां ने। उन्हें बारे दर्शाया गया दिखावा ते फजूल खर्चियां नूं रोकना ते इस धन नूं समाज औरत भलाई लई खर्चिया जाए। वो कहते दिखावे नूं रोको, फजूल खर्चियां नूं रोको, ते ये जिहड़ा धन है उस नूं समाज लई लगाया जाए, औरतों की भलाई लई लगाया जाए। श्रेष्ठ कुलों की चाल दे विच इस तरीके का वरतांत है जो रचिया गया। अगे है दंपत्ति प्यार। दंपत्ति प्यार के अंदर जगीरदारी जबर ते जुल्म का मुकाबला है। जिहड़ा जगीरदारी जबर ते जुल्म है उसका मुकाबला है दंपत्ति करते हैं। और दंपत्ति प्यार की जिहड़ी दास्तान है वो इस तो संबंधित है। अगे है सुभाग कौर। सुभाग कौर जिहड़ा नावल है
इस दे अंदर बाल विवाह की समस्या है भाई। सुभाग कौर दे अंदर बाल विवाह की समस्या है। तो इस तरीके आप जो होर भी नावल है उन्होंने बारे भी चर्चा करते हैं भाई। इन्हों का जोड़ा विषा है, जो आप ओवरऑल अगर देखिए, विषा है मोहन सिंह के नावलों राही पंजाबी नावल का जोड़ा कथा संदर्भ है और बिरतांत वेरवा है, धार्मिक संप्रदायिक संदर्भों विचों निकल के उन्हें समाजिक समस्या के सरोकार नाल जोड़िया भी। मोहन सिंह के नावलों राही पंजाबी नावल की कथा संदर्भ से बिरतांत वेरवे धार्मिक संदर्भों, धार्मिक ते संप्रदा तो संबंधित जो संदर्भ चो निकल के समाजिक समस्या है, समाजिक समस्या दे सरोकारां नाल जा जुड़ता है भाई। कहने का भाव कि समाजिक समस्यावां की पेशकारी इस दे नावलों च हुई है। समाजिक समस्या की पेशकारी इस दे नावलों के अंदर हुई है। और इन्हें की किया नावलों च, अगर आप देखिए भी पश्चिमी सिक्ख्या की गल की है, दिखावे फजूल खर्चियां की गल की है, करो लोक भलाई बारे करो, जागीरदारी जबर जुलम की गल की है, बाल विवाह की गल की है। तो इस तरीके अगर आप देखिए ओवरऑल इनका जोड़ा सामने निकल के आता है बरतांत विषा, वो समाजिक समस्यावां पकड़ता है और उसके उत्ते नावल के बरतांत रचता है। नावलों पेश मुख मसला है जोड़ा स्थानक सभ्याचार बहारी सभ्यता की जीवन विधि है, नवे आर्थिक ढांचे की उसारी है जी, पश्चिम प्रबंध के कारण और पश्चिमी प्रबंध के प्रचलन के कारण पैदा हुए बिगाड़ का है। जोड़ा पश्चिमी सभ्यता पश्चिमी सभ्याचार वो इत्थे आया, अंग्रेज लोग इत्थे आए, सभ्याचार को पसारिया, तो उस कारण जो बिगाड़ पैदा होया उसनू इसने चितरिया है अपने नावलों के अंदर। हुण आप गल करते हाँ अगले नावलकार चरण सिंह शहीद बारे। चरण सिंह शहीद हासरसी कवि है भाई। चरण सिंह शहीद जो कवि की आप गल की तो उस समय भी गल की भाई। चरण सिंह शहीद हासरसी कवि, इस बंदे ने कुछ नावल भी लिखे ने। चरण सिंह शहीद हासरसी कवि, नावलकार, कहानीकार। हासरसी कवि, नावलकार, कहानीकार। इन्हें कविता विच सुथरा ते वार्तक च बाबा वरियामा नाम वरत्या है बई। कविता च सुथरा ते वार्तक च बाबा वरियामा ना वरत्या है। उसने पंजाबी का हफ्तावारी रसाला मौजी भी शुरू किया बई। हफ्तावारी रसाला मौजी शुरू किया चरण सिंह शहीद ने। चरण सिंह शहीद की गल करते हाँ। चरण सिंह शहीद उसने हफ्तावारी रसाला मौजी शुरू किया। कविता दे विचों सुथरा ते वार्तक दे विच बाबा वरियामा है जेड़ा वो वरतदा है बई, नाम वरतदा है। हासरसी कवि है, नावलकार है, कहानीकार है और उन्हें कई अखबार भी कड्डे ने। उनके अखबार शहीद, जत्थेदार, मौजी, हंस। शहीद इहदे नां दे पिछे तखलस लग्या दा, शहीद तो शहीद आ गया। जत्थेदार रोजाना अखबार करता सी बई, ये डेली जेडे अखबार सी उन्हां विचों जत्थेदार रोजाना निकलिया करता सीगा। मौजी सी जेड़ा वो हफ्तावारी अखबार है बई। हफ्तावारी 7 दिनों च एक बार अखबार है, मौजी है, निकलिया करता सी। हंस है वो है मासिक बई। जेड़ा हंस है वो मासिक है।
हंस जेड़ा अखबार है वो मासक अखबार है हंस, महीने च एक बार। जथेदार रोजाना, मौजी हफ्तावारी, हंस है जेड़ा वो मासक महीने च एक बार अखबार निकलिया करता सी। उस उनके नावलों की गल करिए, उनके नावलों की अगर आप गल करते हैं चरण सिंह शहीद की, आप चरण सिंह शहीद है उसनों भी एक खास अंदाज दे विच सिखांगे बई, एक नवी ट्रिक नवा तरीका, ताकि तुसी भुलो ना। और मेरी कोशिश लगातार ये बनी रही है कि नवियां नवियां ट्रिकां की वरतों की जाए, ताकि सुखाला याद रहे, लंबे समय तक तुहानू याद रहे। इस तरीके की कहानी एक बनाई जाए ताकि वह लंबे समय तक याद रहे। सब तो पहला आप की करते हैं उसके बारे चर्चा करते हैं ताकि चंगी तरह कवि है वह समझ आ जाए, और उस तो बाद फिर ट्रिक राही उस चीज को याद करवाया जाता है ताकि तुसी ना भुलो। एक होर मजेदार ट्रिक लैके हाजिर है मैं, चरण सिंह शहीद। जो चरण सिंह शहीद है भाई वो हास्यरसी कवि भी है, नावलकार भी है और कहानीकार भी है। वो कविता विच ओ सुथरा है जेड़ा नाम वरतदा है, वारतक च वरता है बाबा वरियामा, और उन्हें हफ्तावारी रसाला जेड़ा मौजी है वो शुरू किया। अखबार उन्हें कई कड्डे बई, शहीद, जथेदार, मौजी, हंस। जेड़ा ये जेड़े अखबार सी जथेदार ये रोजाना निकलता सी पई, और मौजी है हफ्तावार, ते हंस है जेड़ा वो मासक है। हुण गल करते हैं आपां उहदियां नावलों के बारे बई, जेड़े उसके नावल ने उनकी गल करिए। दलेर कौर, रणजीत कौर, चंचल मूर्ति, शराब कौर, दो वोटियां ते गृहस्थ दी बेड़ी। ते गृहस्थ दी बेड़ी इनकी ट्रिक हैगी है कि इसकी ट्रिक की है बई, इनकी ट्रिक है कि चरण सिंह शहीद दियां दो वोटियां बई। चरण सिंह शहीद दियां की सी? दो वोटियां सी। हुण भैया दो वोटियां केड़ियां केड़ियां? चंचल ते मूर्ति। चंचल ते मूर्ति, वैसे की नावल का नाम है चंचल मूर्ति, परंतु आप याद रखने लिए करते हैं कि चरण सिंह शहीद दियां दो वोटियां बई चंचल ते मूर्ति। हुण जो एक वोटी समझनी औखी है बई, दो दो वोटियां तां थोड़ा मुश्किल च पै गया बंदा, ते हुण उनका सामना करने लिए उन्हें शराब पीनी चालू करती बई, शराब पीनी चालू करती। और शराब पी के फिर की होंदा कि बंदा दलेर हो जाता है, शराब पी के बंदा हो जाता है दलेर, और दलेर होने बाद शराब पीने तो बाद दलेर होने बाद तुसी देखोगे कि लोग लड़ाइयां चालू कर देंगे। ते इन्हें भी भैया लड़ाइयां चालू घरवाली दे नाल, दोनों घरवालियां नाल रण है जो वो मच गया पई हुंदा। और फिर जेड़े दारू पीणगे लड़ाइयां करनगे उन्हां दी जेड़ी गृहस्थ दी बेड़ी है वो उजड़ जाएगी, उसकी गृहस्थ दी बेड़ी है वो उजड़ जाएगी। इस बस कहानी को समझना है चरण सिंह शहीद नाल जो बीती हो, सिर्फ ट्रिक लिए आप यूज कर रहे हैं कि चरण सिंह शहीद नाल जो बीती तुसी जदों उसका नाम जो बीतिया तुहानू याद आ जाए। कोई इहदी पर्सनल कहानी नहीं है, सिर्फ ट्रिक तुहानू याद कराने लई। बई चरण सिंह शहीद दियां दो वोटियां सी बई, चंचल ते मूर्ति। तंग आ गया बंदा, दारू पीण लग गया, शराब पीण लग गया, दलेरी आ गई और रण मचाण लग गया उन्होंने। और फिर तुहानू पता है जेड़े लोग वोटियां नाल शराब पींदे ने, वोटियां नाल शराब पी के लड़ाइयां करते हैं, उन्होंने गृहस्थी की बेड़ी है वो उजड़ जाती है। एवं चरण सिंह शहीद नाल होया। देखो दो वोटियां ते इसका नावल है जी दो वोटियां नावल दो वोटियां, चंचल मूर्ति ते नावल है जी चंचल मूर्ति। शराब तो शराब कौर, इत्थे शराब कौर, दलेरी दलेर कौर, दलेरी तो दलेर कौर। रण मच गया बई, रण मच गया, रण तो रणजीत कौर, रण तो रणजीत कौर। और गृहस्थ दी बेड़ी, गृहस्थ दी बेड़ी, गृहस्थ दी बेड़ी ते गृहस्थ दी बेड़ी। ते इस तरीके चरण सिंह शहीद है जो आसानी नाल आपां नूं याद हो चुकिया है बई। बई चरण सिंह शहीद दियां दो वोटियां, चंचल मूर्ति। तंग आ गया बंदा, नहीं समझा मामला, शराब पीण लग गया, दलेरी आ गई, रण मच गया, और उसके कारण उहदी गृहस्थ दी बेड़ी है वो उजड़ गई बई। दो वोटियां तो दो वोटियां, चंचल मूर्ति तो चंचल मूर्ति नावल, शराब तो शराब कौर, दलेर तो दलेर कौर, रण तो रणजीत कौर, गृहस्थ दी बेड़ी तो गृहस्थ दी बेड़ी। इन्हां दा जिहड़ा विशा है वो समाजिक ते धार्मिक सुधार है भाई। जिहड़ा इन्हां नावलों का विशा है वो है
समाजिक ते धार्मिक सुधार, इस दे नावलों का विषय रहा है समाजिक ते धार्मिक सुधार। हुण आपां गल करते हाँ इस दे नावल दलेर कौर दे बारे। दलेर कौर जिहड़ा नावल है वो वीर सिंह दे नावल सुंदरी नाल मिलता है भाई। जिहड़ा इहदा दलेर कौर नावल है वो सुंदरी दे नावल नाल, जिहड़ा भाई साहब भाई वीर सिंह दा नावल है वो सुंदरी नावल उस दे नाल मिलता हैगा है। उनकी स्टोरी उनकी थीम है जो मिलती है। उस तो अगले नावल की गल करते हाँ दो वोटियां। हुण दो वोटियां दे विच की समस्या हो सकती है भाई? दो वोटियां समस्या की होगी? बहु विवाह। दो वोटियां है उस च बहु विवाह की समस्या है, उस नूं लैके वो हाजिर है। उस तो बाद रणजीत कौर। रणजीत कौर च मुगलों के जबर जुल्मां का सामना। रणजीत कौर देखो नाम ही कितना तकड़ा, रणजीत कौर, ते उसी दे नाम ते आधारित उनका नावल है वो भी ऐसा ही है। मुगलों के जबर ते जुल्म का सामना है रणजीत कौर के अंदर। सारे ही नावल सिंह सभा लहर के धर्म ते समाज सुधार के उद्देश्य की पूर्ति करते हैं। सारे नावल सिंह सभा लहर ते धर्म ते समाज सुधार, जिहड़े सिंह सभा लहर सी उनका जिहड़ा टीचा सी बई, सारे नावल सिंह सभा लहर के धर्म ते समाज सुधार के उद्देश्य नूं पूरा करते हैं। चरण सिंह शहीद के नावल। हुण आपां गल करिए होर नावलकारां बारे बई। मास्टर तारा सिंह ने रोमांटिक शैली दे विच बाबा तेग सिंह लिखिया बई। गुरबख्श सिंह प्रीतलड़ी, अणविआही मां, एजे होर भी शुरुआती दौर के जिहड़े नावलकार ने उन्हां दी आपां नूं पता होना चाहिए बई। कई बार पेपरां दे विच इवें होया है कि शुरुआती दौर दी जिहड़ियां रचनावां ने उस विचों प्रश्न है जरूर छोया जाता है भाई। होर नावलकार उस दे बारे गल करिए। मास्टर तारा सिंह ने रोमांटिक शैली विच बाबा तेग सिंह लिखिया। गुरबख्श सिंह प्रीतलड़ी ने अणविहाई मां, नंदा ने मुराद ते तेज कौर, हकीम सुंदर सिंह चंद्रकांता, प्रिंसीपल निरंजन सिंह प्रेमकड़ी, अमर सिंह छापेवाला घर दा निर्वाह, सुचज्जी धी, जोसुआ फजलदीन ने कई नावल लिखे है बई। प्रभा, मुंडे दा मुल, बरकत, पतिवर्ता, कमला, दी ट्रिक भी है बई। जोसुआ दियां पतिवर्ता पहुंचियां, प्रभा ते कमला ने मुंडे दा मुल लाया। इस दे उत्ते भी आप चर्चा करांगे। शुरुआत करते हैं मास्टर तारा सिंह ने। मास्टर तारा सिंह का नावल बाबा तेग सिंह भाई। बाबा तेग सिंह, फिर उस तो बाद गुरबख्श सिंह प्रीतलड़ी, गुरबख्श सिंह प्रीतलड़ी, अणविहाई मां। फिर उस तो बाद नंदा दा मुराद ते तेज कौर, नंदा मुराद ते तेज कौर भाई। उस तो बाद गल करते हैं हकीम सुंदर सिंह चंद्रकांता, हकीम सुंदर सिंह चंद्रकांता। फिर उस तो बाद निरंजन सिंह प्रेमकणी भाई। फिर उस तो बाद अमर सिंह छापेवाला, अमर सिंह छापेवाला घर दा निर्वाह, सुचज्जी धी। चलो एवं लिख लो, सुचज्जी धी घर दा निर्वाह करती है। सुचज्जी धी, जे धियां पुत्र चंगे होण घर दा निर्वाह चंगा हो जाता है, वरना लड़ाइयां पईयां रहंदियां बई।
ਸੁਚੱਜੀ ਧੀ ਘਰ ਦਾ ਨਿਰਵਾਹ ਸੋਹਣੇ ਤਰੀਕੇ ਨਾਲ ਕਰਦੀ ਹੈ। ਅਮਰ ਸਿੰਘ ਛਾਪੇਵਾਲੇ ਦੀ ਸੁਚੱਜੀ ਧੀ ਘਰ ਦਾ ਨਿਰਵਾਹ ਸੋਹਣੇ ਤਰੀਕੇ ਨਾਲ ਕਰਦੀ ਹੈ। ਇਹ ਇੱਕ ਲਾਈਨ ਦੇ ਵਿੱਚ ਆਪਾਂ ਯਾਦ ਕਰ ਲਾਂਗੇ ਤਾਂ ਅਮਰ ਸਿੰਘ ਛਾਪੇਵਾਲਾ ਆਪਾਂ ਭੁੱਲਾਂਗੇ ਨਹੀਂ। ਔਰ ਵੈਸੇ ਵੀ ਤੁਸੀਂ ਵੈਸੇ ਵੀ ਇੱਕ ਕਰ ਲਓ, ਅਮਰ ਸਿੰਘ ਛਾਪੇਵਾਲਾ ਸੁਚੱਜੀ ਧੀ ਤੇ ਘਰ ਦਾ ਨਿਰਵਾਹ, ਯਸ ਤੂੰ ਇਸ ਲਾਈਨ ਨਾਲ ਆਪਾਂ ਲੈ ਲਈਏ ਕਿ ਅਮਰ ਸਿੰਘ ਛਾਪੇਵਾਲੇ ਦੀ ਸੁਚੱਜੀ ਧੀ ਘਰ ਦਾ ਨਿਰਵਾਹ ਹੈ ਜੋ ਚੰਗੀ ਤਰ੍ਹਾਂ ਕਰਦੀ ਹੈ। ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੋਸੂਆ ਫਜ਼ਲਦੀਨ ਦੀ, ਬਈ ਜੋਸੂਆ ਫਜ਼ਲਦੀਨ ਦੀ ਆਪਾਂ ਗੱਲ ਕਰੀ ਬਈ, ਜੋਸੂਆ ਫਜ਼ਲਦੀਨ ਪ੍ਰਭਾ ਮੁੰਡੇ ਦਾ ਮੁੱਲ ਬਰਕਤਾਂ, ਪ੍ਰਭਾ ਮੁੰਡੇ ਦਾ ਮੁੱਲ ਬਰਕਤਾਂ, ਬਰਕਤ ਪਤੀ ਵਰਤਾ ਕਮਲਾ, ਪਤੀ ਵਰਤਾ ਕਮਲਾ। ਬਈ ਹੁਣ ਇਹਦੀ ਟ੍ਰਿਕ ਕੀ ਸੀ? ਜੋਸੂਏ ਦੀ ਪਤੀ ਵਰਤਾ ਪ੍ਰਭਾ ਹੈ ਜਿਹੜੀ, ਪ੍ਰਭਾ ਤੇ ਕਮਲਾ ਨੇ ਮੁੰਡੇ ਦਾ ਮੁੱਲ ਲਾਇਆ। ਜੋਸੂਏ ਦੀਆਂ ਪਤੀ ਵਰਤਾ ਵੋਟੀਆਂ ਕਰ ਲਓ ਬਈ, ਜੋਸੂਏ ਦੀਆਂ ਪਤੀ ਵਰਤਾ ਵੋਟੀਆਂ ਕਮਲਾ ਤੇ ਪ੍ਰਭਾ। ਵੋਟੀਆਂ ਹੈ ਇਹਦੇ ਵਿੱਚ ਟ੍ਰਿਕ ਦੇ ਵਿੱਚ ਆਪਾਂ ਯੂਜ਼ ਨਹੀਂ ਕਰਨਾ, ਉਸਦੇ ਉੱਤੇ ਕੋਈ ਨਾਵਲ ਨਹੀਂ ਹੈ ਬਈ। ਜੋਸੂਆ ਦੀਆਂ, ਲੋ ਜੀ ਜੋਸੂਆ ਦੀਆਂ ਪਤੀ ਵਰਤਾ ਵੋਟੀਆਂ ਬਈ। ਜੋਸੂਏ ਦੇ ਦੋ ਵੋਟੀਆਂ ਸੀ ਪਤੀ ਵਰਤਾ ਬਈ, ਇੱਕ ਤਾਂ ਕਮਲਾ ਤੇ ਪ੍ਰਭਾ ਨੇ ਮੁੰਡੇ ਦਾ ਮੁੱਲ ਲਾਇਆ, ਨੇ ਮੁੰਡੇ ਦਾ ਮੁੱਲ ਲਾਇਆ। ਬਈ ਸੋਚਿਆ ਹੋਣਾ ਕਿੱਥੇ ਮੁੰਡੇ ਦਾ ਚੰਗੀ ਤਰ੍ਹਾਂ ਵਿਆਹ ਕਰਦੇ ਨੇ ਤੇ ਸਹੁਰਿਆਂ ਤੋਂ ਪੈਸੇ ਲੈ ਲੈਣੇ ਆ ਬਈ। ਤਾਂ ਜੋਸੂਆ ਦੀ ਜਿਹੜੀ ਪਤੀ ਵਰਤਾ ਸੀ, ਪਤੀ ਵਰਤਾ ਤੋਂ ਪਤੀ ਵਰਤਾ ਆ ਗਿਆ ਬਈ। ਉਹਦੀਆਂ ਵੋਟੀਆਂ ਇੱਥੋਂ ਕੁਛ ਵੀ ਨਹੀਂਗਾ ਬਈ। ਕਮਲਾ ਤੇ ਪ੍ਰਭਾ, ਕਮਲਾ ਤੇ ਪ੍ਰਭਾ ਨਾਵਲ ਆ ਗਏ। ਮੁੰਡੇ ਦਾ ਮੁੱਲ, ਮੁੰਡੇ ਦਾ ਮੁੱਲ ਲਾਇਆ ਬਈ, ਮੁੰਡੇ ਦਾ ਮੁੱਲ ਲਾਇਆ। ਤੇ ਉੱਥੋਂ ਆਪਾਂ ਹੋ ਜਾਊਗਾ ਵਰਤਾ ਤੋਂ ਪਤੀ ਵਰਤਾ ਤੋਂ, ਪਤੀ ਵਰਤਾ ਤੋਂ ਪਤੀ ਵਰਤਾ ਵੀ ਹੋ ਜਾਊਗਾ ਤੇ ਵਰਤਾ ਤੋਂ ਬਰਕਤਾਂ ਵੀ ਕਰ ਲਿਓ ਬਈ। ਵਰਤਾ ਤੋਂ ਬਰਕਤਾਂ ਵੀ ਤੁਸੀਂ ਕਰ ਲੈਣੀਆਂ ਬਈ। ਇੱਥੋਂ ਵਰਤਾ ਤੋਂ ਬਰਕਤਾਂ ਤੱਕ ਵੀ ਪਹੁੰਚ ਜਾਇਓ। ਵਰਨਾ ਉਵੇਂ ਯਾਦ ਕਰ ਲਿਓ, ਪ੍ਰਭਾ ਮੁੰਡੇ ਦਾ ਮੁੱਲ ਬਰਕਤਾਂ ਪਤੀ ਵਰਤਾ ਕਮਲਾ। ਠੀਕ ਹੈ, 200 ਫਜ਼ਲਦੀਨ ਹੋ ਗਿਆ, ਉਹਦੀਆਂ ਵੋਟੀਆਂ ਹੋ ਗਈਆਂ ਪ੍ਰਭਾ ਤੇ ਕਮਲਾ, ਉਹਨਾਂ ਨੇ ਮੁੰਡੇ ਦਾ ਮੁੱਲ ਲਾਇਆ ਬਈ। ਇਹ ਸੀਗਾ ਆਪਣੇ ਜਿਹੜੇ ਨਾਵਲਕਾਰ ਨੇ, ਸ਼ੁਰੂਆਤੀ ਦੌਰ ਦੇ ਨਾਵਲਕਾਰ ਨੇ, ਉਹਨਾਂ ਬਾਰੇ ਆਪਾਂ ਪੜ੍ਹਿਆ ਹੈ। ਹੁਣ